ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਆ। IRCC ਦੀ ਨਵੀਂ ਇਮੀਗ੍ਰੇਸ਼ਨ ਪੱਧਰੀ ਯੋਜਨਾ ਕੈਨੇਡਾ ਵਿੱਚ ਉਮੀਦਵਾਰਾਂ ਨੂੰ ਕਿਵੇਂ ਤਰਹੀਜ਼ ਦਿੰਦੀ ਹੈ। ਕੈਨੇਡੀਅਨ ਫੈਡਰਲ ਸਰਕਾਰ ਨੇ 2025 ਵਿੱਚ 40% ਦੀ ਸਥਾਈ ਦਾਖਲਾ ਸਥਾਨ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤਾ ਹੈ। ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪੱਧਰੀ ਯੋਜਨਾ ਦੇ ਅਨੁਸਾਰ ਆਉਣ ਵਾਲੇ ਸਾਲ ਵਿੱਚ ਨਵੇਂ ਸਥਾਈ ਨਿਵਾਸੀਆਂ ਦੇ ਲਈ ਸਾਰੇ ਯੋਜਨਾਬੱਧ ਦਾਖਲਾ ਸਥਾਨਾਂ ਵਿੱਚੋਂ ਲਗਭਗ ਅੱਧੇ ਇੱਕ ਨਵੇਂ ਐਕਸਪ੍ਰੈਸ ਐਂਟਰੀ ਤਰਹੀਜ਼ ਸਮੂਹ ਨੂੰ ਅਲਾਟ ਕੀਤੇ ਜਾਣਗੇ, ਜਿਸ ਨੂੰ ਇਨ ਕੈਨੇਡਾ ਫੋਕਸ ਸ਼੍ਰੇਣੀ ਵਜੋਂ ਜਾਣਿਆ ਜਾਂਦਾ ਹੈ। 2025 ਵਿੱਚ ਇਸ ਸ਼੍ਰੇਣੀ ਲਈ ਇੱਕ ਯੋਜਨਾਬੱਧ 82,980 ਸਮਰਪਿਤ ਦਾਖਲਾ ਸਥਾਨਾਂ ਦੇ ਬਰਾਬਰ ਹੋਵੇਗਾ। ਇਨ ਕੈਨੇਡਾ ਫੋਕਸ ਸ਼੍ਰੇਣੀ ਰਾਹੀਂ ਚੋਣ ਲਈ ਕੌਣ ਯੋਗ ਹੈ। ਨਵੀਂ ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਅਨੁਸਾਰ ਇਨ ਕੈਨੇਡਾ ਫੋਕਸ ਸ਼੍ਰੇਣੀ ਵਿੱਚ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੈਨੇਡੀਅਨ ਐਕਸਪੀਰੀਅੰਸ ਕਲਾਸ CEC ਪ੍ਰੋਗਰਾਮ, ਫੈਡਰਲ ਸਕਿਲਡ ਵਰਕਰ ਪ੍ਰੋਗਰਾਮ FSWP, ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ FSTP ਅਤੇ ਖੇਤਰੀ ਇਮੀਗ੍ਰੇਸ਼ਨ ਮਾਰਗ। ਇਹਨਾਂ ਉਮੀਦਵਾਰਾਂ ਬਸ਼ਰਤੇ ਕਿ ਉਹਨਾਂ ਕੋਲ ਇਮੀਗ੍ਰੇਸ਼ਨ ਡਰਾ ਦੇ ਸਮੇਂ ਯੋਗ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਹੋਣ ਨੂੰ ਸਥਾਈ ਨਿਵਾਸ PR ਲਈ ਅਰਜੀ ITA ਸੱਦੇ ਪ੍ਰਾਪਤ ਕਰਨ ਦੀ ਤਰਜੀਹ ਦਿੱਤੀ ਜਾ ਸਕਦੀ ਹੈ। ਕਿ ਇਹ ਵਿਸ਼ੇਸ਼ ਸ਼੍ਰੇਣੀ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਹਿੱਸੇ ਵਜੋਂ ਕੰਮ ਕਰਦੀ ਰਹੇਗੀ। ਹਾਲਾਂਕਿ ਇਹ ਕਹਿਣਾ ਔਖਾ ਹੋ ਸਕਦਾ ਹੈ ਕਿ ਵਿਸ਼ੇਸ਼ ਸ਼੍ਰੇਣੀ ਐਕਸਪ੍ਰੈਸ ਐਂਟਰੀ ਸਿਸਟਮ ਦੇ ਫਿਕਚਰ ਕਦੋਂ ਤੱਕ ਰਹੇਗੀ ਅਤੇ IRCC ਅਗਲੇ 3 ਸਾਲਾਂ ਲਈ ਇੰਡ ਕੈਨੇਡਾ ਫੋਕਸ ਗਰੁੱਪ ਲਈ ਆਪਣੇ ਯੋਜਨਾਵਾਂ ਨੂੰ ਪ੍ਰਕਾਸ਼ਿਤ ਕਰਦਾ ਹੈ। 2025 ਅਤੇ 27 ਦੇ ਵਿਚਕਾਰ ਇਮੀਗ੍ਰੇਸ਼ਨ ਵਿਭਾਗ ਇਨ ਕੈਨੇਡਾ ਫੋਕਸ ਸ਼੍ਰੇਣੀ ਰਾਹੀਂ ਨਿਮਨਲਿਖਤ ਸੰਖਿਆ ਦੇ ਪ੍ਰਵਾਸੀਆਂ ਦਾ ਸਵਾਗਤ ਕਰਨ ਦੀ ਉਮੀਦ ਕਰਦਾ ਹੈ। 2025 ਵਿੱਚ 82,980 ਘੱਟ ਸਮਾਂ, ਜਿੱਥੇ ਉਸ ਵਿੱਚ 39,000 ਅਤੇ ਉੱਚ ਸੀਮਾ ਦੀ ਗੱਲ ਕਰਾਂ ਤਾਂ ਉਸ ਵਿੱਚ 99,000 ਲੋਕ ਹੋ ਸਕਦੇ ਨੇ। 2026 ਵਿੱਚ ਨਿਸ਼ਾਨਾ ਜੋ ਹੈ 75,380 ਘੱਟ ਸਮਾਂ 33,000, ਉੱਚਾ ਸਮਾਂ 82,000। 2027 ਵਿੱਚ 70,930 ਘੱਟ ਸੀਮਾ 66,000, ਉੱਚ ਸੀਮਾ 76,000। ਅਤੇ ਉੱਥੇ ਦੱਸ ਦੇ ਕਿ 2026 ਅਤੇ 27 ਲਈ ਨਿਰਧਾਰਤ ਇਮੀਗ੍ਰੇਸ਼ਨ ਪੱਧਰ ਕਾਲਪਨਿਕ ਟੀਚੇ IRCC ਹਰ ਸਾਲ 1 ਨਵੰਬਰ ਜਾਂ ਇਸ ਤੋਂ ਪਹਿਲਾਂ ਅਗਲੇ ਸਾਲ ਦੇ ਟੀਚੇ ਨੂੰ ਸੋਧਣ ਦੀ ਪੁਸ਼ਟੀ ਕਰਦਾ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਇਸ ਸਾਲ ਕਈ ਤਬਦੀਲੀਆਂ ਕਰ ਰਹੀ ਹੈ, ਕਿਉਂਕਿ ਫੈਡਰਲ ਸਰਕਾਰ ਕੈਨੇਡੀਅਨਾਂ ਨੂੰ ਦਰਪੇਸ਼ ਘਰੇਲੂ ਦਬਾਅ ਅਤੇ ਇਮੀਗ੍ਰੇਸ਼ਨ ਪੱਧਰ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹਨਾਂ ਦਬਾਅ ਦੇ ਨਤੀਜੇ ਵਜੋਂ IRCC ਨੇ ਕੈਨੇਡਾ ਵਿੱਚ ਗੈਰ ਸਥਾਈ ਨਿਵਾਸੀ ਦੀ ਸੰਖਿਆ ਨੂੰ ਘਟਾਉਣ ਲਈ ਵਚਨਬੱਧਤਾ ਕੀਤੀ ਹੈ। ਕੰਮ ਅਤੇ ਅਧਿਐਨ ਪਰਮਿਟ ਧਾਰਕਾਂ ਸਮੇਤ 7% ਦੇ ਮੌਜੂਦਾ ਅਨੁਪਾਤ ਤੋਂ 2026 ਤੱਕ ਕੈਨੇਡਾ ਦੀ ਕੁੱਲ ਆਬਾਦੀ 5% ਤੱਕ ਘਟਾ ਦਿੱਤੀ ਜਾਵੇਗੀ। ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ IRCC ਦੁਆਰਾ ਪਹਿਚਾਣੀ ਗਈ ਇੱਕ ਮੁੱਖ ਵਿਧੀ ਕੈਨੇਡਾ ਵਿੱਚ ਪਹਿਲਾਂ ਤੋਂ ਹੀ NPRS ਨੂੰ PR ਦੀ ਤਬਦੀਲ ਕਰਨ ਦੀ ਸਹੂਲਤ ਹੈ। ਸਥਾਈ ਨਿਵਾਸੀ ਲਈ ਅਸਥਾਈ ਨਿਵਾਸੀ ਦੇ ਅੰਦਰ ਸਾਡੇ ਯਤਨ ਦੇ ਹਿੱਸੇ ਵਜੋਂ ਸਾਡੇ ਕੋਲ ਹੋਰ ਘਰੇਲੂ ਡਰਾ ਹੋਣਗੇ। ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸੂਬੇ ਅਤੇ ਪ੍ਰਦੇਸ਼ਾਂ ਨੂੰ ਉਹਨਾਂ ਦੀ ਵੰਡ ਨਾਲ ਅਜਿਹਾ ਕਰਨ ਲਈ ਕਹੇਗਾ। ਇਮੀਗ੍ਰੇਸ਼ਨ ਮਾਰਕ ਮਿਲਰ ਨੇ 21 ਮਾਰਚ 2024 ਨੂੰ ਇਨ ਕੈਨੇਡਾ ਫੋਕਸ ਸ਼੍ਰੇਣੀ ਨੂੰ ਘੋਸ਼ਣਾ ਕਰਨ ਤੋਂ ਪਹਿਲਾਂ IRCC ਨੇ ਪਹਿਲਾਂ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਜੋ ITA ਜਾਰੀ ਕਰਨ ਲਈ ਇਸ ਸਮੂਹ ਵਿੱਚ ਫਿੱਟ ਹੋਣਗੇ, ਜਿਵੇਂ ਕਿ ਐਕਸਪ੍ਰੈਸ ਐਂਟਰੀ ਸਿਸਟਮ ਦੁਆਰਾ CEC ਅਤੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ PNP ਡਰਾ ਦੇ ਵਿਭਾਗ ਤੇ ਜ਼ੋਰ ਤੇ ਸਬੂਤ ਮਿਲਦਾ। ਇਸ ਸਾਲ ਦੇ ਜੁਲਾਈ ਤੋਂ ਬਾਅਦ ਮਾਰਚ ਵਿੱਚ ਸ਼ੁਰੂ ਦੇ ਅੰਦਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੰਘੀ ਇਮੀਗ੍ਰੇਸ਼ਨ ਪ੍ਰਣਾਲੀ ਰਾਹੀਂ PR ਲਈ ਘਰੇਲੂ ਉਮੀਦਵਾਰਾਂ ਦੇ ਸੱਦਿਆਂ ਨੂੰ ਤਰਜੀਹ ਦੇਣ ਦੀ ਆਪਣੀ ਇੱਛਾ ਦਾ ਸੰਕੇਤ ਦਿੱਤਾ। ਅਜਿਹਾ ਕਰਨ ਵਿੱਚ ਮਿਲਰ ਦਾ ਤਰਕ ਲੋੜੀਂਦੇ ਸਾਲਾਨਾ ਇਮੀਗ੍ਰੇਸ਼ਨ ਟੀਚੇ ਨੂੰ ਪੂਰਾ ਕਰਨਾ ਸੀ, ਜਦੋਂ ਕਿ ਉਸੇ ਸਮੇਂ ਕਿਫਾਇਤੀ ਤੇ ਹਾਊਸਿੰਗ ਸਟਾਕ ਤੇ ਦਬਾਅ ਨੂੰ ਪ੍ਰਭਾਵ ਘੱਟ ਕਰਨਾ ਸੀ। ਕੈਨੇਡਾ ਵਿੱਚ ਪਹਿਲਾਂ ਤੋਂ ਹੀ ਨਵੇਂ ਆਏ ਲੋਕਾਂ ਨੂੰ ਅਸਥਾਈ ਤੋਂ ਸਥਾਈ ਨਿਵਾਸ ਸਥਾਨ ਤੱਕ ਤਬਦੀਲ ਕਰਨ ਦੀ ਸਹੂਲਤ ਦੇ ਕੇ ਮੰਤਰੀ ਨੂੰ ਉਮੀਦ ਹੈ ਕਿ ਉਹ ਯੋਗ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਚੁਣਨ ਦੀ
ਉਮੀਦ ਰੱਖਦੇ ਨੇ, ਜੋ ਕੈਨੇਡਾ ਦੀ ਆਰਥਿਕਤਾ ਅਤੇ ਕਿਰਤ ਸ਼ਕਤੀ ਨੂੰ ਲਾਭ ਪਹੁੰਚਾਉਣ ਲਈ ਜਾਰੀ ਰੱਖ ਸਕਦੇ ਨੇ। ਨਾਲ ਹੀ ਦੇਸ਼ ਦੇ ਨਵੇਂ ਲੋਕਾਂ ਨੂੰ ਸ਼ਾਮਲ ਕਰਨ ਤੋਂ ਪੈਦਾ ਹੋਣ ਵਾਲੇ ਘਰੇਲੂ ਦਬਾਅ ਨੂੰ ਸ਼ਾਮਲ ਕੀਤੇ ਬਿਨਾਂ। ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਹੋਰ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।